ਬੀਬਾ ਹਰਸਿਮਰਤ ਕੌਰ ਬਾਦਲ ਜੀ, ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੂੰਗੀ ਕਿ ਜਦੋਂ ਇਹ ਆਰਡੀਨੈਂਸ ਪਾਸ ਹੋਇਆ ਕੀ ਤੁਸੀਂ ਉਦੋਂ ਸਾਈਨ ਕੀਤੇ ਕਿ ਤੁਸੀਂ ਕਿਸਾਨਾਂ ਬਾਰੇ ਬਿਲਕੁਲ ਵੀ ਨਹੀਂ ਸੋਚਿਆ? ਕੀ ਤੁਹਾਨੂੰ ਕਿਸਾਨ ਦੀ ਪੀੜਾ ਬਿਲਕੁਲ ਨਜ਼ਰ ਨਹੀਂ ਆਈ? ਕਿ ਹੁਣ ਤੱਕ ਤੁਸੀਂ ਇਹ ਕਹਿੰਦੇ ਰਹੇ ਕਿ ਇਹ ਕਿਸਾਨ ਦੇ ਹੱਕ ਦਾ ਬਿੱਲ ਹੈ, ਤੇ ਹੁਣ ਜਦੋਂ ਕਿਸਾਨਾਂ ਨੇ ਤੁਹਾਨੂੰ ਇਹ ਕਹਿਤਾ ਕਿ ਅਸੀਂ ਜਿਹੜੇ ਐਮਪੀਜ਼ ਨੇ ਇਹਦੇ ਤੇ ਸਾਈਨ ਕੀਤਾ ਸੀ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿਆਂਗੇ, ਤੁਹਾਨੂੰ ਇਹ ਡਰ ਪੈ ਗਿਆ ਕਿ ਤੁਹਾਨੂੰ ਬਠਿੰਡੇ ਦੇ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ, ਉਦੋਂ ਤੁਸੀਂ ਇਹ ਕਹਿਣਾ ਸ਼ੁਰੂ ਕਰਤਾ ਕਿ ਮੈਂ ਇਹਦੇ ਹੱਕ 'ਚ ਨਹੀਂ। ਤੇ ਸਰਕਾਰ ਦੀ ਜਿਹੜੀ ਪਾਲਿਸੀ ਹੈ ਇਹਨਾਂ ਨੂੰ ਸਪੋਰਟ ਕਰਨ ਦੀ, ਵੱਡੇ ਘਰਾਣਿਆਂ ਨੂੰ ਸਪੋਰਟ ਕਰਨ ਦੀ, ਇਹ ਬਹੁਤ ਹੀ ਖਤਰਨਾਕ ਸਾਬਤ ਹੋਊਗੀ ਕਿਸਾਨ ਦੇ ਵਾਸਤੇ। 86% ਕਿਸਾਨ 2 ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਮਾਲਕ ਹੈ। ਤਾਂ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣੀ ਹੈ ਕਿ ਕੀ 2 ਤੋਂ 4 ਏਕੜ 5 ਏਕੜ ਦਾ ਕਿਸਾਨ, ਜੇ ਕੋਈ ਮੁਕਤਸਰ ਦਾ ਕਿਸਾਨ ਹੈ, ਤੇ ਕੀ ਉਹ ਜਾ ਕੇ ਪੂਨੇ ਫਸਲ ਵੇਚੂਗਾ ਆਪਦੀ? ਤੁਸੀਂ ਐਮਪੀ ਬਣੇ ਹੋ ਤਾਂ ਕਿਸਾਨਾਂ ਨੇ ਵੋਟਾਂ ਪਾਈਆਂ ਤੁਹਾਨੂੰ, ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਸੀ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦੇ ਹੱਕ ਦੀ ਗੱਲ ਕਰੋਗੇ। ਉਹਨਾਂ ਨੇ ਸ਼ਾਇਦ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਤੁਸੀਂ ਉਹਨਾਂ ਦੇ ਹੱਕਾਂ ਨੂੰ ਇਸ ਤਰ੍ਹਾਂ ਕਾਰਪੋਰੇਟਸ ਨੂੰ ਵੇਚ ਆਓਗੇ ਜਾ ਕੇ। ਬੀਤੇ ਦਿਨੀ ਮੋਦੀ ਸਰਕਾਰ ਜਾਂ ਕਹਿ ਸਕਦੇ ਕਿ ਸੈਂਟਰ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਜੋ ਇੱਕ ਕਿਸਾਨ ਨੂੰ ਲੈ ਕੇ ਖੇਤੀ ਆਰਡੀਨੈਂਸ ਪੇਸ਼ ਕੀਤਾ ਗਿਆ, ਜਿਸ ਦਾ ਪੰਜਾਬ ਦੇ ਵਿੱਚ ਹੀ ਨਹੀਂ ਕਾਫੀ ਅਦਰ ਸਟੇਟਾਂ ਵਿੱਚ ਵੀ ਪੂਰਾ ਜ਼ੋਰਾਂ ਸ਼ੋਰਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਉਣ ਵਾਲੀ ਜੋ ਨੀਤੀਆਂ ਜੋ ਭਾਜਪਾ ਸਰਕਾਰ ਕਿਸਾਨਾਂ ਦੇ ਲਈ ਲੈ ਕੇ ਆ ਰਹੀ ਹੈ, ਇਹ ਉਹਨਾਂ ਦੇ ਬੱਚਿਆਂ ਦੇ ਲਈ ਬਹੁਤ ਮਾਰੂ ਨੀਤੀਆਂ ਨੇ, ਜਿਸ ਦਾ ਪੂਰੇ ਡਟ ਕੇ ਕਿਸਾਨ ਸੜਕਾਂ ਤੇ ਉਤਰ ਕੇ ਵਿਰੋਧ ਕਰ ਰਹੇ ਨੇ। ਅੰਮ੍ਰਿਤਾ ਵੜਿੰਗ ਜੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪਾ ਕੇ ਮੋਦੀ ਸਰਕਾਰ ਤੇ ਬਾਦਲ ਪਰਿਵਾਰ ਉੱਤੇ ਕਾਫੀ ਸਵਾਲ ਖੜੇ ਕੀਤੇ ਨੇ ਤੇ ਉਹਨਾਂ ਨੂੰ ਕਾਫੀ ਸਵਾਲ ਪੁੱਛੇ ਨੇ ਕਿ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆਰਡੀਨੈਂਸ ਨਹੀਂ ਆਇਆ ਸੀ, ਕਿ ਕੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਜੇ ਆਰਡੀਨੈਂਸ ਜੋ ਇਹ ਬਿੱਲ ਪਾਰਲੀਮੈਂਟ ਦੇ ਪੇਸ਼ ਕੀਤਾ ਜਾ ਰਿਹਾ ਹੈ, ਇਹ ਕਿਸਾਨ ਮਾਰੂ ਬਿੱਲ ਹੈ। ਅੱਜ ਜਿੱਥੇ ਸਾਰੀ ਦੁਨੀਆ ਕਰੋਨਾ ਦੀ ਮਹਾਮਾਰੀ ਨਾਲ ਜੂਝ ਰਹੀ ਹੈ, ਜਿੱਥੇ ਲੋਕਾਂ ਨੂੰ ਆਪਦੀ ਸਿਹਤ ਦੀ, ਆਪਦੀ ਜਾਨ ਦੀ ਫਿਕਰ ਪਈ ਵੀ ਹੈ, ਉੱਥੇ ਸਾਡੀ ਕੇਂਦਰ ਸਰਕਾਰ ਇਹਨਾਂ ਮਾੜੇ ਟਾਈਮਸ ਦੇ ਵਿੱਚ 3 ਆਰਡੀਨੈਂਸ ਲੈ ਕੇ ਆਈ ਹੈ ਜਿਹੜੇ ਕਿ ਕਿਸਾਨ ਮਾਰੂ ਨੇ। ਇਸ ਆਰਡੀਨੈਂਸ ਬਾਰੇ ਗੱਲ ਕਰਨ ਦੇ ਲਈ ਅੱਜ ਤੁਹਾਡੇ ਨਾਲ ਰੂਬਰੂ ਹੋਈ ਹਾਂ। ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਤੇ ਸਾਡੇ ਸੂਬੇ ਦੀ ਅਰਥ ਵਿਵਸਥਾ ਪੂਰੇ ਦੀ ਪੂਰੀ ਕਿਸਾਨੀ ਤੇ ਨਿਰਭਰ ਹੈ। ਸਾਡੇ ਦੇਸ਼ ਦੀ GDP ਜਿਹੜੀ ਕਿ ਅੱਜ -23% ਹੈ, -23% ਸ਼ੋ ਕਰ ਰਹੀ ਹੈ, ਉੱਥੇ ਇੱਕ ਖੇਤੀ ਹੀ ਇਹ ਜਿਹਾ ਸੈਕਟਰ ਹੈ ਜਿਹੜਾ ਕਿ ਪੋਜ਼ਿਟਿਵ ਗਰੋਥ ਸ਼ੋ ਕਰ ਰਿਹਾ ਹੈ। ਤੇ ਇਸ ਸੈਕਟਰ ਨੂੰ ਵਪਾਰੀ ਦੇ ਹੱਥ ਦੇ ਵਿੱਚ ਦੇਣ ਦੀ ਇਹ ਸਿੱਧੀ ਚਾਬੀ ਹੈ। ਇਸ ਆਰਡੀਨੈਂਸ ਦੇ ਨਾਲ ਕਿਸਾਨ ਦੇ ਹੱਕ ਖੋ ਕੇ ਵਪਾਰੀਆਂ ਦੇ, ਵੱਡੇ ਕਾਰਪੋਰੇਟਸ ਦੇ ਹੱਥਾਂ ਦੇ ਵਿੱਚ ਦੇਣ ਦਾ ਇਹ ਕਾਨੂੰਨ ਬਣਾਇਆ ਜਾ ਰਿਹਾ ਹੈ। ਸਭ ਤੋਂ ਪਹਿਲੇ ਆਰਡੀਨੈਂਸ ਦੀ ਗੱਲ ਕਰੂੰਗੀ, ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ 2020। ਇਸ ਐਕਟ ਦੇ ਦੌਰਾਨ ਇਹ ਹੈ ਕਿ ਪਹਿਲਾਂ ਕਿਸੇ ਵੀ ਖੇਤੀ ਉਤਪਾਦ ਨੂੰ ਜੇ ਕਿਸੇ ਵਪਾਰੀ ਨੇ ਸਟੋਰ ਕਰਨਾ ਹੈ ਤਾਂ ਉਹ ਇੱਕ ਲਿਮਿਟ ਤੱਕ ਸਟੋਰ ਕਰ ਸਕਦਾ ਸੀ। ਉਸ ਲਿਮਿਟ ਤੋਂ ਵੱਧ ਸਟੋਰ ਕਰਨਾ ਗੈਰ ਕਾਨੂੰਨੀ ਸੀ। ਪਰ ਇਸ ਐਕਟ ਦੇ ਆਉਣ ਦੇ ਨਾਲ ਜਿੰਨਾ ਚਾਹੇ ਕੋਈ ਵੀ ਵੱਡਾ ਕਾਰਪੋਰੇਟ, ਕੋਈ ਵੀ ਵਪਾਰੀ ਜਿੰਨਾ ਚਾਹੇ ਉਨਾ ਸਟੋਰ ਕਰ ਸਕਦਾ ਹੈ। ਵੱਧ ਸਟੋਰੇਜ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਸੀ, ਕਾਲਾ ਬਾਜ਼ਾਰੀ ਕਹਿੰਦੇ ਆ ਵੱਧ ਸਟੋਰੇਜ ਨੂੰ। ਇਹਦੇ ਨਾਲ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਵੱਧ ਸਟੋਰ ਕਰ ਲੈਂਦਾ ਹੈ, ਜੇ ਕਾਰਪੋਰੇਟਸ ਨੂੰ ਵੱਧ ਸਟੋਰ ਕਰ ਲੈਣਗੇ ਤਾਂ ਜਦੋਂ ਚਾਹਣਗੇ, ਜਿਸ ਕੀਮਤ ਤੇ ਚਾਹਣਗੇ, ਇਹਨੂੰ ਉਸ ਕੀਮਤ ਤੇ ਬਾਜ਼ਾਰ ਦੇ ਵਿੱਚ ਕੱਢਿਆ ਕਰਨਗੇ। ਪਹਿਲਾਂ ਕਿਸਾਨ ਤੋਂ ਸਸਤੀ ਖਰੀਦ ਕੇ ਇਹਨੂੰ ਜਿਸ ਮੁੱਲ ਚਾਹਣਗੇ ਉਸ ਮੁੱਲ ਤੇ ਬਾਜ਼ਾਰ ਦੇ ਵਿੱਚ ਵੇਚਣਗੇ। ਤੇ ਕਾਲਾ ਬਾਜ਼ਾਰੀ ਜਿਹੜੀ ਕਿ ਗੈਰ ਕਾਨੂੰਨੀ ਸੀ, ਇਹਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ ਇਸ ਐਕਟ ਦੇ ਨਾਲ। ਦੂਸਰੇ ਐਕਟ ਦੀ ਗੱਲ ਕਰੂੰਗੀ, ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ 2020। ਇਸ ਦੇ ਨਾਲ ਕੀ ਹੈ, ਇਸ ਦੇ ਨਾਲ ਜਿੰਨੀਆਂ ਮੰਡੀਆਂ ਨੇ ਉਹਨਾਂ ਨੂੰ ਖਤਮ ਕਰਨ ਦਾ ਕਾਨੂੰਨ ਬਣਾਇਆ ਜਾ ਰਿਹਾ ਹੈ। ਦੇਖੋ, ਜਿਹੜਾ ਕਿਸਾਨ ਹੈ ਇਹਦੀ ਫਸਲ ਦਾ ਸਹੀ ਮੁੱਲ, ਸਹੀ ਤੋਲ ਮੰਡੀਆਂ ਦੇ ਵਿੱਚ ਜਾ ਕੇ ਲੱਗਦਾ ਹੈ ਔਰ ਸਰਕਾਰ ਦੀ ਇੱਕ ਬੜੀ ਵੱਡੀ ਸਪੋਰਟ ਹੁੰਦੀ ਹੈ। ਸਰਕਾਰ ਦਾ ਕਿਸਾਨ ਦੇ ਦਿਲ ਦੇ ਵਿੱਚ ਇੱਕ
ਇੱਕ ਬੇਫਿਕਰੀ ਹੁੰਦੀ ਹੈ ਕਿ ਮੈਨੂੰ ਸਹੀ ਮੁੱਲ ਮਿਲੂਗਾ, ਸਰਕਾਰ ਮੇਰੀ ਫਸਲ ਖਰੀਦ ਰਹੀ ਹੈ। ਇਹਨਾਂ ਮੰਡੀਆਂ ਦੇ ਖਤਮ ਹੋਣ ਦੇ ਨਾਲ ਸਰਕਾਰ ਇਹ ਫਸਲ ਨਹੀਂ ਖਰੀਦੂਗੀ, ਮੰਡੀਆਂ ਬਿਲਕੁਲ ਖਤਮ ਕਰ ਦਿੱਤੀਆਂ ਜਾਣਗੀਆਂ ਤੇ ਜਿੰਨੇ ਪ੍ਰਾਈਵੇਟ ਪਲੇਅਰਸ ਹੈ ਜਾਂ ਮੈਂ ਇਹ ਕਹਾਂ ਜਿੰਨੇ ਕਾਰਪੋਰੇਟਸ ਹੈ, ਜਿੰਨੇ ਵੱਡੇ ਘਰ ਹੈ ਜਿਨ੍ਹਾਂ ਨੂੰ ਮੋਦੀ ਜੀ ਸ਼ੁਰੂ ਤੋਂ ਸਪੋਰਟ ਕਰਦੇ ਆ ਰਹੇ ਆ, ਭਾਵੇਂ ਉਹ ਰਿਲਾਇੰਸ ਹੈ, ਭਾਵੇਂ ਉਹ ਅਡਾਨੀ ਹੈ, ਉਹਨਾਂ ਦੀਆਂ ਪ੍ਰਾਈਵੇਟ ਮੰਡੀਆਂ ਬਣ ਜਾਣਗੀਆਂ ਤੇ ਜਿੰਨਾ ਉਹ ਮੁੱਲ ਤੈਅ ਕਰਨਗੇ ਉਸ ਮੁੱਲ ਤੇ ਉਹ ਫਸਲ ਖਰੀਦਣਗੇ। ਤੇ ਸਰਕਾਰ ਦੀ ਜਿਹੜੀ ਪਾਲਿਸੀ ਹੈ ਇਹਨਾਂ ਨੂੰ ਸਪੋਰਟ ਕਰਨ ਦੀ, ਵੱਡੇ ਘਰਾਣਿਆਂ ਨੂੰ ਸਪੋਰਟ ਕਰਨ ਦੀ, ਇਹ ਬਹੁਤ ਹੀ ਖਤਰਨਾਕ ਸਾਬਤ ਹੋਊਗੀ ਕਿਸਾਨ ਦੇ ਵਾਸਤੇ। ਇਹਦੇ ਵਿੱਚ ਮੋਦੀ ਸਰਕਾਰ ਇਹ ਕਹਿ ਰਹੀ ਹੈ ਇਸ ਆਰਡੀਨੈਂਸ ਦੇ ਵਿੱਚ ਕਿ ਕਿਤੋਂ ਦਾ ਮਰਜ਼ੀ ਕਿਸਾਨ ਕਿਸੇ ਮਰਜ਼ੀ ਮੰਡੀ ਦੇ ਵਿੱਚ ਜਾ ਕੇ ਆਪਣੀ ਫਸਲ ਵੇਚ ਸਕਦਾ ਹੈ, ਪਰ ਸਾਡੇ ਦੇਸ਼ ਦੇ ਸਟੈਟਸ ਇਹ ਕਹਿੰਦੇ ਆ ਕਿ 86% ਕਿਸਾਨ 2 ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਮਾਲਕ ਹੈ। ਤਾਂ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣੀ ਹੈ ਕਿ ਕੀ 2 ਤੋਂ 4 ਏਕੜ 5 ਏਕੜ ਦਾ ਕਿਸਾਨ, ਜੇ ਕੋਈ ਮੁਕਤਸਰ ਦਾ ਕਿਸਾਨ ਹੈ ਤੇ ਕੀ ਉਹ ਜਾ ਕੇ ਪੂਨੇ ਫਸਲ ਵੇਚੂਗਾ ਆਪਦੀ ਕਿ ਬੰਬੇ ਫਸਲ ਵੇਚੂਗਾ ਆਪਦੀ? ਉਹਨੂੰ ਤਾਂ ਵਿਚਾਰੇ ਨੂੰ ਨਜ਼ਦੀਕ ਤੋਂ ਨਜ਼ਦੀਕ ਉਹਦੀ ਫਸਲ ਵਿਕ ਜੇ ਤੇ ਉਹਦਾ ਰੁਪਈਆ ਵੀ ਨਾ ਲੱਗੇ, ਉਹਨੂੰ ਤਾਂ ਇਹ ਚਾਹੀਦਾ ਹੈ। ਤੇ ਅੱਜ ਵੀ ਕਿਸੇ ਮਰਜ਼ੀ ਸ਼ਹਿਰ ਦਾ ਕਿਸਾਨ ਕਿਤੇ ਮਰਜ਼ੀ ਜਾ ਕੇ ਫਸਲ ਵੇਚ ਸਕਦਾ ਹੈ, ਅੱਜ ਵੀ ਇਹ ਕਾਨੂੰਨ ਹੈਗਾ। ਮਤਲਬ ਇਹ ਲੋਕਾਂ ਨੂੰ ਉੱਲੂ ਬਣਾਉਣ ਦੀ, ਲੋਕਾਂ ਨੂੰ ਬੁੱਧੂ ਬਣਾਉਣ ਦੀ ਔਰ ਕਿਸਾਨਾਂ ਨੂੰ ਖਤਮ ਕਰਨ ਦੀ, ਸਾਡੀ ਕਿਸਾਨੀ ਨੂੰ ਖਤਮ ਕਰਨ ਦੇ ਇਹ ਕਾਨੂੰਨ ਬਣਾਏ ਜਾ ਰਹੇ ਨੇ ਤੇ ਇਹਨਾਂ ਅਮੀਰਾਂ ਨੂੰ ਹੋਰ ਅਮੀਰ ਬਣਾਉਣ ਦੇ ਕਾਨੂੰਨ ਬਣਾਏ ਜਾ ਰਹੇ ਨੇ ਜਿਹੜੇ ਕਿ ਬਹੁਤ ਹੀ ਖਤਰਨਾਕ ਸਾਬਤ ਹੋਣਗੇ ਸਾਡੇ ਕਿਸਾਨ ਵੀਰਾਂ ਵਾਸਤੇ। ਅਗਲਾ ਆਰਡੀਨੈਂਸ ਹੈ ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਆਫ ਫਾਰਮ ਸਰਵਿਸ ਆਰਡੀਨੈਂਸ 2020। ਇਹਦੇ ਨਾਲ ਇਹ ਹੈ ਜੀ ਕੰਟਰੈਕਟ ਫਾਰਮਿੰਗ ਲੀਗਲਾਈਜ਼ ਹੋ ਜੂਗੀ। ਜਿਹੜਾ ਕਿਸਾਨ ਅੱਜ ਆਪਦੀ ਮਰਜ਼ੀ ਦੇ ਨਾਲ ਖੇਤੀ ਕਰਦਾ ਹੈ, ਜੋ ਚਾਹੁੰਦਾ ਉਹ ਬੀਜਦਾ ਹੈ, ਇਹ ਖਤਮ ਹੋ ਜਾਊਗਾ। ਵੱਡੇ ਵੱਡੇ ਕਾਰਪੋਰੇਟਸ ਆਉਣਗੇ, ਜਿਹੜਾ ਬੀਜ ਉਹ ਦੇਣਗੇ ਕਿਸਾਨ ਉਹ ਲਾਊਗਾ, ਜਿਵੇਂ ਉਹ ਕਹਿਣਗੇ ਉਵੇਂ ਖੇਤੀ ਹੋਊਗੀ। ਜਿਹੜੀ ਮੁੱਲ ਤੇ ਉਹ ਵੇਚੂਗਾ, ਜਿਹੜੇ ਮੁੱਲ ਤੇ ਉਹ ਖਰੀਦੂਗਾ, ਉਸੇ ਮੁੱਲ ਤੇ ਕਿਸਾਨ ਨੂੰ ਆਪਣੀ ਫਸਲ ਵੇਚਣੀ ਪਊਗੀ। ਛੋਟੀ ਜਿਹੀ ਇੱਕ ਐਗਜ਼ਾਮਪਲ ਦਿੰਨੀ ਹੈ, ਜਿੰਨੀਆਂ ਵੱਡੀਆਂ ਕੰਪਨੀਆਂ ਨੇ ਜਿਵੇਂ ਲੇਜ਼ ਹੈ, ਉਹਨਾਂ ਨੇ ਜਿੰਨੀ ਫਸਲ ਲੈਣੀ ਹੁੰਦੀ ਆਲੂਆਂ ਦੀ, ਉਹ ਉਨੀ ਇਕੱਠੀ ਜ਼ਮੀਨ ਠੇਕੇ ਤੇ ਲੈ ਲੈਂਦੇ ਹੈ ਤੇ ਉਹ ਆਪਦਾ ਬੀਜ ਦਿੰਦੇ ਹੈ, ਆਪਦੇ ਖੇਤੀ ਕਰਨ ਦੇ ਤਰੀਕੇ ਦੱਸਦੇ ਆ ਕਿਸਾਨ ਨੂੰ। ਕਿਸਾਨ ਬੇਸਿਕਲੀ ਆਪਦੀ ਜ਼ਮੀਨ ਤੇ ਆਪ ਹੀ ਕਿਰਾਏਦਾਰ ਬਣ ਜਾਂਦਾ ਹੈ, ਉਹਦੀ ਮਲਕੀਅਤ ਕਾਗਜ਼ਾਂ 'ਚ ਰਹਿ ਜਾਂਦੀ ਹੈ। ਤੇ ਨਾਲੇ ਜਿਹੜੇ ਵੱਡੇ ਕਾਰਪੋਰੇਟਸ ਨੇ ਨਾ, ਇਹ ਇੰਨੀ ਲਿਖਤ ਪੜਤ ਦੇ ਵਿੱਚ ਇਹਨਾਂ ਛੋਟੇ ਕਿਸਾਨਾਂ ਨੂੰ ਉਲਝਾ ਲੈਣਗੇ। ਇਹ ਬਹੁਤ ਕਿਸਾਨ ਮਾਰੂ ਆਰਡੀਨੈਂਸ ਲੈ ਕੇ ਆ ਰਹੀ ਹੈ ਸਰਕਾਰ, ਜਿਹੜਾ ਕਿ ਲਾਗੂ ਨਹੀਂ ਹੋਣਾ ਚਾਹੀਦਾ। ਇੱਥੇ ਮੈਂ ਗੱਲ ਕਰੂੰਗੀ ਸਾਡੇ ਪੰਜਾਬ ਸੂਬੇ ਤੋਂ ਕੇਂਦਰੀ ਮੰਤਰੀ ਨੇ, ਇੱਕ ਕੇਂਦਰੀ ਮੰਤਰੀ ਨੇ ਪੰਜਾਬ ਤੋਂ, ਬੀਬਾ ਹਰਸਿਮਰਤ ਕੌਰ ਬਾਦਲ ਜੀ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੂੰਗੀ ਕਿ ਜਦੋਂ ਇਹ ਆਰਡੀਨੈਂਸ ਪਾਸ ਹੋਇਆ, ਜਦੋਂ 5 ਜੂਨ ਨੂੰ, ਕੀ ਤੁਸੀਂ ਉਦੋਂ ਸਾਈਨ ਕੀਤੇ? ਕੀ ਤੁਸੀਂ ਕਿਸਾਨਾਂ ਬਾਰੇ ਬਿਲਕੁਲ ਵੀ ਨਹੀਂ ਸੋਚਿਆ? ਕੀ ਤੁਹਾਨੂੰ ਕਿਸਾਨ ਦੀ ਪੀੜਾ ਬਿਲਕੁਲ ਨਜ਼ਰ ਨਹੀਂ ਆਈ? ਕੀ ਤੁਹਾਨੂੰ ਕਿਸਾਨ ਇਹਦੇ ਵਿੱਚ ਗੁਲਾਮ ਹੁੰਦਾ ਕਾਰਪੋਰੇਟਸ ਦਾ ਨਜ਼ਰ ਨਹੀਂ ਆਇਆ ਕਿ ਤੁਸੀਂ ਇਸ ਬਿੱਲ ਦੇ ਹੱਕ ਵਿੱਚ ਸੀ? 5 ਜੂਨ ਤੋਂ ਲੈ ਕੇ ਹੁਣ ਤੱਕ ਤੁਸੀਂ ਇਹ ਕਹਿੰਦੇ ਰਹੇ ਕਿ ਇਹ ਕਿਸਾਨ ਹਿਤੈਸ਼ੀ ਹੈ, ਇਹ ਕਿਸਾਨ ਦੇ ਹੱਕ ਦਾ ਬਿੱਲ ਹੈ। ਤੇ ਹੁਣ ਜਦੋਂ ਕਿਸਾਨਾਂ ਨੇ ਤੁਹਾਨੂੰ ਇਹ ਕਹਿਤਾ ਕਿ ਅਸੀਂ ਜਿਹੜੇ ਐਮਪੀਜ਼ ਨੇ ਇਹਦੇ ਤੇ ਸਾਈਨ ਕੀਤਾ ਸੀ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿਆਂਗੇ, ਤੁਹਾਨੂੰ ਇਹ ਡਰ ਪੈ ਗਿਆ ਕਿ ਤੁਹਾਨੂੰ ਬਠਿੰਡੇ ਦੇ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ, ਉਦੋਂ ਤੁਸੀਂ ਇਹ ਕਹਿਣਾ ਸ਼ੁਰੂ ਕਰਤਾ ਕਿ ਮੈਂ ਇਹਦੇ ਹੱਕ 'ਚ ਨਹੀਂ। ਬੀਬਾ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹਣੀ ਹੈ ਕਿ ਤੁਸੀਂ ਸਾਨੂੰ ਇਹ ਪ੍ਰੂਫ ਦਿਓ ਕਿ ਤੁਸੀਂ ਇੱਥੇ ਸਾਈਨ ਨਹੀਂ ਕੀਤੇ। ਇਹ ਪ੍ਰੂਫ ਦਿਓ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਮੀਟਿੰਗ ਦੇ ਵਿੱਚ ਇਸ ਆਰਡੀਨੈਂਸ ਦੇ ਖਿਲਾਫ ਇੱਕ ਵਾਰ ਵੀ ਬੋਲੇ। ਤੁਸੀਂ ਕਿਵੇਂ ਆਪਦੇ ਆਪ ਨੂੰ ਕਿਸਾਨ ਹਿਤੈਸ਼ੀ ਕਹਿੰਦੇ ਹੋ? ਜੇ ਬੀਬਾ ਜੀ ਤੁਸੀਂ ਐਮਪੀ ਬਣੇ ਹੋ ਤਾਂ ਕਿਸਾਨਾਂ ਨੇ ਵੋਟਾਂ ਪਾਈਆਂ ਤੁਹਾਨੂੰ, ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਸੀ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦੇ ਹੱਕ ਦੀ ਗੱਲ ਕਰੋਗੇ। ਉਹਨਾਂ ਨੇ ਸ਼ਾਇਦ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਤੁਸੀਂ ਉਹਨਾਂ ਦੇ ਹੱਕਾਂ ਨੂੰ ਇਸ ਤਰ੍ਹਾਂ ਕਾਰਪੋਰੇਟਸ ਨੂੰ ਵੇਚ ਆਓਗੇ, ਜਾ ਕੇ ਇਸ ਤਰ੍ਹਾਂ ਉਹਨਾਂ ਦੇ ਕੀਤੀ ਕਰਾਈ ਤੇ ਪਾਣੀ ਫੇਰ ਦਿਓਗੇ। ਮੈਂ ਜੋ ਵੀ ਆਰਡੀਨੈਂਸ ਹੈ, ਜਿਸ ਤਰ੍ਹਾਂ ਵੀ ਹੈ, ਅਸੀਂ ਇਹਦੀ ਖਿਲਾਫਤ ਕਰਾਂਗੇ
ਔਰ ਮੈਂ ਸਾਰੇ ਕਿਸਾਨ ਵੀਰਾਂ ਦੇ ਨਾਲ ਹੈ ਔਰ ਇਹ ਬਿਲਕੁਲ ਪੰਜਾਬ ਸੂਬੇ ਦੇ ਅੰਦਰ ਤਾਂ ਇਹ ਕਿਸਾਨ ਨੂੰ ਮਾਰ ਦੂਗਾ। ਸਾਡੇ ਕਿਸਾਨ ਵੀਰਾਂ ਨੂੰ ਇਹ ਖਤਮ ਕਰਨ ਦੀ, ਕਿਸਾਨੀ ਨੂੰ ਖਤਮ ਕਰਨ ਦੀ ਸਿੱਧੀ ਪਾਲਿਸੀ ਬਣਾਈ ਜਾ ਰਹੀ ਹੈ ਤੇ ਮੈਂ ਹਰ ਇੱਕ ਪੰਜਾਬੀ ਨੂੰ ਇਹ ਬੇਨਤੀ ਕਰਦੀ ਹਾਂ, ਭਾਵੇਂ ਤੁਸੀਂ ਕਿਸਾਨੀ ਨਾਲ ਰਿਲੇਟਡ ਹੋ ਭਾਵੇਂ ਨਹੀਂ ਰਿਲੇਟਡ, ਪਲੀਜ਼ ਇਹਦੇ ਉਲਟ ਆਪਦੀ ਆਵਾਜ਼ ਉਠਾਓ। ਆਪਣਾ ਸੂਬਾ ਕਿਸਾਨੀ ਤੇ ਨਿਰਭਰ ਹੈ। ਜੇ ਕਿਸਾਨ ਹੀ ਨਾ ਰਿਹਾ ਤਾਂ ਭੁੱਖੇ ਮਰ ਜਾਣਗੇ ਸਾਰੇ, ਬਣਨਾ ਕੁਛ ਨਹੀਂ ਕਿਸੇ ਦਾ। ਉਮੀਦ ਕਰਦੀ ਹਾਂ ਕਿ ਆਪਾਂ ਸਾਰੇ ਰਲ ਕੇ ਇਸ ਆਰਡੀਨੈਂਸ ਦੇ ਖਿਲਾਫ ਆਵਾਜ਼ ਉਠਾਈਏ ਤਾਂ ਕਿ ਇਹ ਲਾਗੂ ਨਾ ਹੋ ਸਕੇ ਔਰ ਪੂਰਾ ਵਿਸ਼ਵਾਸ ਹੈ ਤੁਸੀਂ ਕਿਸਾਨ ਵੀਰਾਂ ਦਾ ਸਾਥ ਦਿਓਗੇ। ਧੰਨਵਾਦ, ਸਤਿ ਸ਼੍ਰੀ ਅਕਾਲ। ਹਾਲ ਹੀ ਦੇ ਵਿੱਚ ਜੋ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜੋ ਕਿ ਇੱਕ ਬਹੁਤ ਵੱਡੀ ਖਬਰ ਹੈ। ਹੁਣ ਦੋਸਤੋ ਦੇਖਣਾ ਇਹ ਹੋਵੇਗਾ ਕਿ ਜੋ ਇਹ ਕਿਸਾਨ ਮਾਰੂ ਨੀਤੀਆਂ ਭਾਜਪਾ ਸਰਕਾਰ ਆਪਣੇ ਕਿਸਾਨਾਂ ਲਈ ਜਾਂ ਪੰਜਾਬ ਸਰਕਾਰ ਲਈ ਜੋ ਲੈ ਕੇ ਆ ਰਹੀ ਹੈ, ਜੋ ਪੰਜਾਬ ਦੇ ਕਿਸਾਨ ਜਾਂ ਹੋਰ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਜੋ ਇਹ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ, ਕਿਸਾਨ ਇਸ ਦਾ ਕਿੰਨਾ ਕੁ ਡਟ ਕੇ ਵਿਰੋਧ ਕਰਦੇ ਨੇ ਤੇ ਕੀ ਉਹਨਾਂ ਦੇ ਵਿਰੋਧ ਕਰਨ ਤੋਂ ਬਾਅਦ ਕੀ ਇਹ ਬਿੱਲ ਵਾਪਸ ਲਿੱਤਾ ਜਾਵੇਗਾ।